ਵਾਟ ਲਮੇਰੀ ਭਲਿਆ ਤੇਰੀ, ਪਰਿਆਸ ਕਰ ਮੁੱਕੇ ਭਵਜਲ ਫੇਰੀ। ਤੋਰ ਬੁੱਧ ਦਾ ਘੋੜਾ ਹੋ ਕਾਬਲ ਭੋਰਾ, ਚੱਲਣ ਵਿੱਚ ਹੁਣ ਲਾਣਾ ਦੇਰੀ। ਨਾਲ ਬਰੀਕੀ ਫਰੋਲ ਤਵਾਰੀਕ ਹਕੀਕੀ, ਤੇ ਜਾਣ ਹੱਕੀ ਮੰਗੇ ਕਿਹੜੀ। ਅਮਨ ਸੰਘਰਸ਼ ਤੇਰੇ ਨੂੰ ਬੂਰ ਤਦ ਪੈਣਾ, ਜਦ ਵਸਲਾਂ ਦੀ ਮੰਗ ਹੋ ਪੂਰੀ ਤੇਰੀ। ਜਦ ਵਸਲਾਂ ਦੀ ਮੰਗ ਹੋ ਪੂਰੀ ਤੇਰੀ। ਤੂੰ ਸੱਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਇੱਕ ਸੰਘਰਸ਼ ਦੀ ਕਹਾਣੀ। YouTube, Instagram, Facebook ਤੇ ਅਕਸਰ ਹੀ ਸਕਰੋਲ ਕਰਦਿਆਂ ਅਸੀਂ ਕਈ ਪੋਸਟਾਂ, ਕਈ ਕਲਿੱਪ ਅਜਿਹੇ ਵੇਖੇ ਹੋਣਗੇ ਜਿਸ ਦੇ ਵਿੱਚ ਬਿਆਨਕਰਤਾ ਆਪਣੇ ਸੰਘਰਸ਼ ਦੀ ਕਹਾਣੀ ਸੁਣਾ ਰਿਹਾ ਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੀ ਇਸ ਪ੍ਰਾਪਤੀ ਲਈ ਇਸ ਤਰ੍ਹਾਂ ਸੰਘਰਸ਼ ਕੀਤਾ, ਮੈਂ ਇੰਨੀ ਜੱਦੋ-ਜਹਿਦ 'ਚੋਂ ਲੰਘ ਕੇ ਇੱਥੋਂ ਤੱਕ ਪਹੁੰਚਿਆ। ਇਸ ਪ੍ਰਕਾਰ ਦੇ ਹੋਰ ਵੀ ਕਈ ਕਿੱਸੇ, ਕਈ ਗੱਲਾਂ ਜਿਹੜੀਆਂ ਕਈ ਵਾਰੀ ਕਈ ਇਨਸਾਨਾਂ ਲਈ ਮੋਟੀਵੇਸ਼ਨ ਬਣਦੀਆਂ ਹਨ, ਕਈ ਇਨਸਾਨਾਂ ਲਈ ਜ਼ਿੰਦਗੀ ਨੂੰ ਨਵਾਂ ਮੋੜ ਦੇਣ ਦਾ ਸਬੱਬ ਬਣਦੀਆਂ ਹਨ। ਤੇ ਅੱਜ ਮੈਂ ਵੀ ਆਪ ਸਭ ਨਾਲ ਇੱਕ ਸੰਘਰਸ਼ ਦੀ ਕਹਾਣੀ ਸਾਂਝੀ ਕਰਨ ਲੱਗੀ ਹਾਂ ਜੋ ਮੇਰੀ ਇਕੱਲੀ ਦੀ ਨਹੀਂ, ਸਾਡੀ ਸਭ ਦੀ ਹੈ। ਤੇ ਇਹ ਕਹਾਣੀ ਹੈ ਉਸ ਸੰਘਰਸ਼ ਦੀ ਜਿਸ ਦਾ ਹਿੱਸਾ ਬਚਪਨ ਤੋਂ ਲੈ ਬਜ਼ੁਰਗੀ ਤੱਕ ਦਾ ਹਰ ਇੱਕ ਬੰਦਾ ਹੁੰਦਾ ਹੈ, ਜਿਸ ਵਿੱਚ ਜਨਮ ਤੋਂ ਲੈ ਕੇ ਮੌਤ ਤੱਕ ਹਰ ਇਨਸਾਨ ਘੁਲਦਾ ਹੈ। ਤੇ ਉਹ ਸੰਘਰਸ਼ ਹੈ ਜ਼ਿੰਦਗੀ ਦਾ। ਜੇ ਜ਼ਿੰਦਗੀਨਾਮਾ ਸੰਘਰਸ਼ ਦੀ ਗੱਲ ਕਰੀਏ ਤਾਂ ਕੋਈ ਤਨ ਨਿਰਬਾਹ ਦੀਆਂ ਮੁੱਢਲੀਆਂ ਲੋੜਾਂ ਲਈ ਸੰਘਰਸ਼ ਕਰਦਾ ਹੈ, ਆਪਣੇ ਤਨ ਨੂੰ ਪਾਲਣ ਲਈ, ਇਸ ਦੀ ਭੁੱਖ ਪਿਆਸ ਮਿਟਾਉਣ ਲਈ ਮਿੱਟੀ ਨਾਲ ਮਿੱਟੀ ਹੋ ਘੋਲ ਘੁਲਦਾ ਹੈ। ਤੇ ਕੋਈ ਤਨ ਦੇ ਨਿਰਬਾਹ ਦੇ ਨਾਲ-ਨਾਲ ਆਪਣੇ ਮਨ ਦੀਆਂ ਚਾਹਤਾਂ, ਖੁਆਇਸ਼ਾਂ, ਤ੍ਰਿਸ਼ਨਾਵਾਂ ਦੀ ਪੂਰਤੀ ਲਈ, ਉੱਚੇ ਰੁਤਬੇ, ਹੱਕ ਹਕੂਕ ਲਈ, ਨੇਮ ਫੇਮ ਲਈ ਸੰਘਰਸ਼ ਕਰਦਾ ਹੈ। ਪਰ ਸਾਰੀ ਜ਼ਿੰਦਗੀ ਜਿੰਦ ਦੇ ਕੇ ਕੀਤਾ ਗਿਆ ਇਨਸਾਨ ਦਾ ਜ਼ਿੰਦਗੀਨਾਮਾ ਸੰਘਰਸ਼ ਇੱਕ ਤਲ ਤੇ ਜਾ ਕੇ ਬੇਮਾਇਨੇ ਹੋ ਜਾਂਦਾ ਹੈ, ਵਿਅਰਥ ਹੋ ਜਾਂਦਾ ਹੈ, ਜਦ ਇਸ ਦਾ ਕੋਈ ਠੋਸ ਤੇ ਸੁਚਾਰੂ ਨਤੀਜਾ ਨਹੀਂ ਨਿਕਲਦਾ। ਅਸਲ ਵਿੱਚ ਸੰਘਰਸ਼ ਹੱਕੀ ਮੰਗਾਂ ਦੀ ਪੂਰਤੀ ਲਈ ਕੀਤਾ ਜਾਂਦਾ ਹੈ ਤੇ ਸੰਘਰਸ਼ ਦਾ ਠੋਸ ਤੇ ਸੁਚਾਰੂ ਨਤੀਜਾ ਵੀ ਇਹੀ ਹੁੰਦਾ ਹੈ ਕਿ ਹੱਕੀ ਮੰਗ ਪੂਰੀ ਹੋ ਜਾਵੇ, ਕਿਉਂਕਿ ਕਿਸੇ ਦਾ ਹੱਕ ਦਬੋਚ ਕੇ ਆਪਣੇ ਅਖਤਿਆਰ 'ਚ ਲੈਣਾ ਸੰਘਰਸ਼ ਨਹੀਂ, ਸੀਨਾ ਜੋਰੀ, ਜ਼ੋਰ ਜ਼ਬਰਦਸਤੀ ਹੁੰਦੀ ਹੈ। ਹੁਣ ਜੇ ਗੱਲ ਕਰੀਏ ਇਸ ਜ਼ਿੰਦਗੀ ਦੀ, ਭਾਵ ਕਿ ਇਸ ਮਨੁੱਖੀ ਜਨਮ ਦੀ, ਤਾਂ ਇਸ ਦੀ ਹੱਕੀ ਮੰਗ ਸਿਰਫ ਸੰਸਾਰ ਨਹੀਂ ਹੈ। ਇਸ ਦੀ ਹੱਕੀ ਮੰਗ ਸਿਰਫ ਮਟੀਰੀਅਲ ਜਾਂ ਮਟੀਰੀਅਲ ਨਾਲ ਜੁੜੀਆਂ ਵਸਤਾਂ, ਪਦਾਰਥ ਨਹੀਂ ਹੈ। ਇਸ ਦੀ ਹੱਕੀ ਮੰਗ ਇਸ ਦਾ ਉਹ ਅਸਲ ਮਕਸਦ, ਉਹ ਅਸਲ ਮਨੋਰਥ ਹੈ ਜਿਸ ਦਾ ਹਵਾਲਾ ਗੁਰੂ ਗੁਰਬਾਣੀ ਦਾ ਫਰਮਾਨ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ ਦਿੰਦਾ ਹੈ, ਜਿਸ ਦਾ ਹਵਾਲਾ ਗੁਰੂ ਗੁਰਬਾਣੀ ਦਾ ਵਾਕ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਦਿੰਦਾ ਹੈ। ਇਸ ਜ਼ਿੰਦਗੀ ਦੀ, ਇਸ ਮਨੁੱਖੀ ਜਨਮ ਦੀ ਹੱਕੀ ਮੰਗੇ ਜੀਭਾ ਗੁਣ ਗੋਵਿੰਦ ਭਜੋ, ਕਰਨ ਸੁਣੋ ਹਰ ਨਾਮ। ਇਸ ਦੀ ਹੱਕੀ ਮੰਗੇ ਨਿਤ ਭਜੋ ਸਵਾਮੀ, ਅੰਤਰ ਜਾਮੀ ਸਫਲ ਜਨਮ ਸਬਾਇਆ। ਇਸ ਦੀ ਹੱਕੀ ਮੰਗੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸਲ ਵਿੱਚ ਅਸੀਂ ਇਨਸਾਨਾਂ ਨੇ ਜ਼ਿੰਦਗੀ 'ਚ ਸੰਘਰਸ਼ ਇਹਨਾਂ ਉਪਰੋਕਤ ਹੱਕੀ ਮੰਗਾਂ ਦੀ ਪੂਰਤੀ ਲਈ ਕਰਨਾ ਸੀ। ਅਸੀਂ ਸੰਘਰਸ਼ ਕਰਨਾ ਸੀ ਜਿੰਦ ਜਾਣ ਤੋਂ ਪਹਿਲਾਂ, ਭਾਵ ਕਿ ਇਹਨਾਂ ਚੱਲਦੇ ਸਾਹਾਂ ਦੇ ਰੁਕਣ ਤੋਂ ਪਹਿਲਾਂ, ਜ਼ਿੰਦਗੀਨਾਮਾ ਦਿਨ ਦੀ ਰਾਤ ਪੈ ਜਾਣ ਤੋਂ ਪਹਿਲਾਂ, ਮੌਤ ਨਾਮੀ ਹਨੇਰਿਆਂ ਦੇ ਪਸਰਨ ਤੋਂ ਪਹਿਲਾਂ ਜਿਉਂਦੇ ਜੀ ਆਪਦੇ ਅਸਲ ਘਰ ਵਾਪਸੀ ਕਰਨ ਲਈ। ਗੁਰੂ ਗੁਰਬਾਣੀ ਫਰਮਾਨ ਹੈ, ਮੋਇਆ ਜਿੱਤ ਕਰ ਜਾਈਐ ਤਿਤ ਜੀਵਦਿਆਂ ਮਰ ਮਾਰ। ਪਰ ਅਸੀਂ ਸੰਘਰਸ਼ ਕਾਹਦੇ ਲਈ ਕੀਤਾ? ਸੰਸਾਰ ਲਈ। ਅਸੀਂ ਸੰਘਰਸ਼ ਕੀਤਾ ਦੌਲਤ ਲਈ। ਸੰਘਰਸ਼ ਮਤਲਬ ਕੁਝ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਕਾਰਵਾਈ ਦਾ ਭਾਵ, ਜਾਂ ਕਹਿ ਲਓ ਨਿਰੰਤਰ ਭਰਪੂਰ ਪ੍ਰਯਾਸ, ਕੋਸ਼ਿਸ਼ ਕੁਝ ਪ੍ਰਾਪਤ ਕਰਨ ਦੀ। ਤੇ ਫਿਰ ਜੇ ਸਾਡੀ ਕੋਸ਼ਿਸ਼, ਸਾਡਾ ਪ੍ਰਯਾਸ ਜਨਮ ਤੋਂ ਲੈ ਕੇ ਅਖੀਰ ਤੱਕ ਸਿਰਫ ਸੰਸਾਰ ਦੀਆਂ ਹੀ ਪ੍ਰਾਪਤੀਆਂ ਕਰਨ ਦਾ ਰਿਹਾ ਹੈ, ਜੇ ਅਸੀਂ ਸੰਸਾਰ ਦਾ ਸਰੀਰਕ ਤਲ ਦਾ ਹੀ ਪ੍ਰਾਪਤ ਕੀਤਾ ਹੈ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਬੇਹੱਕੀ ਮੰਗਾਂ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਹੈ। ਤੇ ਬੇਹੱਕੀ ਚੀਜ਼ ਕਦੀ ਹੱਕ ਨਹੀਂ ਅਖਵਾਉਂਦੀ, ਤੇ ਜੋ ਚੀਜ਼ ਸਾਡੇ ਹੱਕ ਦੀ ਨਹੀਂ ਅਖਵਾਉਂਦੀ, ਅਸੀਂ ਅਸੂਲਨ ਉਸ ਚੀਜ਼ ਦੇ ਹੱਕਦਾਰ ਨਹੀਂ ਹੁੰਦੇ। ਹੁਣ ਕੁੱਲ ਮਿਲਾ ਕੇ ਬੰਦਾ ਹਾਲਾਂ ਹਾਲਾਤਾਂ ਨਾਲ ਸੰਘਰਸ਼ ਕਰਦਾ ਜਿੱਤਦਾ, ਹਾਰਦਾ, ਆਪਣੇ ਆਪ ਨੂੰ ਹਾਲਾਂ ਹਾਲਾਤਾਂ ਦੀ ਮਾਰ ਤੋਂ ਬਚਾਉਂਦਾ, ਰੋਟੀ, ਕੱਪੜਾ, ਮਕਾਨ ਵਰਗੀਆਂ ਆਪਣੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਦਾ ਜਾਂ ਆਪਣੀਆਂ ਚਾਹਤਾਂ, ਖੁਆਇਸ਼ਾਂ ਅਨੁਸਾਰ ਆਪਣੀ ਜ਼ਿੰਦਗੀ ਦੀ ਰੂਪ ਰੇਖਾ ਸੰਵਾਰਦਾ ਸੰਘਰਸ਼ ਕਰਦਾ ਅਖੀਰ ਤੱਕ ਆ ਜਾਂਦਾ ਹੈ
ਤਾਂ ਕੀ ਸੰਸਾਰੀ ਪੱਖ ਤੇ ਇਨਸਾਨ ਦਾ ਜਿੰਦ ਜਾਣ ਦੇ ਕੇ ਕੀਤਾ ਸਾਰੀ ਜ਼ਿੰਦਗੀ ਦਾ ਸੰਘਰਸ਼ ਅੱਜ ਜਿਸ ਦਿਨ ਇਨਸਾਨ ਸੰਸਾਰ ਛੱਡ ਕੇ ਚੱਲਿਆ ਹੈ, ਕਿ ਅੱਜ ਕੰਮ ਆਏਗਾ? ਨਹੀਂ ਆਏਗਾ, ਕਿਉਂਕਿ ਅਸੂਲਣ ਹੱਕੀ ਮੰਗ ਮੁਤਾਬਕ ਇਸ ਕਾਇਆ ਰੂਪ ਬੰਤਰ 'ਚ ਆ ਅਸੀਂ ਇਨਸਾਨਾਂ ਨੇ ਪਹਿਲਾ ਤੇ ਮਹੱਤਵਪੂਰਨ ਸੰਘਰਸ਼ ਕਰਨਾ ਸੀ, ਭਾਵ ਕਿ ਨਿਰੰਤਰ ਪ੍ਰਯਾਸ, ਸਖਤ ਮਿਹਨਤ ਕਰਨੀ ਸੀ ਆਪ ਦੇ ਅਸਲ ਘਰ ਵਾਪਸੀ ਕਰਨ ਦੀ, ਆਪ ਦੇ ਆਤਮ ਰੂਪ ਨੂੰ ਪਰਮਾਤਮ ਸਰੂਪ 'ਚ ਅਭੇਦ ਕਰਨ ਦੀ। ਪਰ ਅਸੀਂ ਨਾ ਸਮਝਾਂ ਨੇ ਉਸ ਅਹਿਮ ਤੇ ਮਹੱਤਵਪੂਰਨ ਸੰਘਰਸ਼ ਦੀ ਰੂਪ ਰੇਖਾ ਬਦਲ ਕੇ ਆਪਣੀ ਨਾ ਸਮਝੀ ਦੇ ਚੱਲਦਿਆਂ ਉਸ ਦਾ ਰੰਗ ਢੰਗ ਹੀ ਕੁਝ ਹੋਰ ਕਰ ਛੱਡਿਆ ਹੈ। ਸੋ ਅਖੀਰ ਨਾ ਸਮਝੀ ਦਾ ਪੱਲਾ ਛੱਡ ਸਮਝ ਦੇ ਵਿਹੜੇ ਆ। ਸੰਘਰਸ਼ ਵਰਗੇ ਲਫ਼ਜ਼ ਨੂੰ ਤੇ ਇਸ ਦੇ ਪਿੱਛੇ ਲੁਕੇ ਨਿਰੰਤਰ ਪ੍ਰਯਾਸ ਕਰਨ ਦੇ, ਕੋਸ਼ਿਸ਼ ਕਰਨ ਦੇ ਭਾਵ ਨੂੰ ਸਮਝੀਏ ਤੇ ਇਸ ਨੂੰ ਸਦੀਵੀ ਪ੍ਰਾਪਤੀ ਕਰਨ ਵੱਲ ਲਾਈਏ, ਨਾ ਕਿ ਅੱਧੇ ਦਮ ਦੀ ਮੁਹਤਾਜ ਸੰਸਾਰੀ ਖੇਡ ਵੱਲ। ਕਿਉਂਕਿ ਅੱਧੇ ਦਮ ਦੀ ਮੁਹਤਾਜ ਇਸ ਸੰਸਾਰੀ ਖੇਡ 'ਚ ਸੰਸਾਰੀ ਸੰਘਰਸ਼ ਕਰਦਿਆਂ ਜੇ ਅਸੀਂ ਆਪ ਦੀ ਹੱਕੀ ਮੰਗ ਵਿਸਾਰ ਬੈਠੇ ਤਾਂ ਸਾਨੂੰ ਜੰਮ ਮਰੈ ਫੇਰ ਜੰਮੇ। ਬਹੁਤ ਸਜਾਏ ਪਿਆ ਦੇ ਇਸ ਲੰਮੇ ਵਾਲੇ ਘੋਲ ਤੋਂ ਕੋਈ ਛੁਡਾ ਨਹੀਂ ਸਕਦਾ। ਇਸ ਲਈ ਅੱਜ ਹੀ ਆਪ ਦੀ ਹੱਕੀ ਮੰਗ ਦੀ ਪੂਰਤੀ ਲਈ ਸੰਘਰਸ਼ ਦਾ ਬੀੜਾ ਚੁੱਕੀਏ ਤੇ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦਾ ਓਟ ਆਸਰਾ ਲੈ ਘਰ ਵਾਪਸੀ ਕਰ ਜੀਵਨ ਯਾਤਰਾ ਦੇ ਨਾਲ ਆਪ ਦਾ ਸੰਘਰਸ਼ ਸੰਪੂਰਨ ਕਰੀਏ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।